हाँ जी, सत श्री अकाल जी। मैं डॉक्टर कुलार, मैं बैਰੀएट्रिक सर्जन हाँ ਜਿਹੜੇ ਮੋਟਾਪਾ ਘਟਾਉਣ ਲਈ ਦੂਰਬੀਨ ਨਾਲ ਸਰਜਰੀ ਕਰਦੇ ਹਾਂ। ਪਿਛਲੇ 21 ਸਾਲ ਤੋਂ ਮੈਂ ਪੰਜਾਬ ਦੇ ਵਿੱਚ ਲੁਧਿਆਣੇ ਦੀਆਂ ਆਊਟਸਕਰਟਸ 'ਤੇ ਜਗ੍ਹਾ ਦਾ ਨਾਮ ਹੈ ਬੀਜਾ, ਕੁਲਾਰ ਹੌਸਪੀਟਲਸ ਪ੍ਰਾਈਵੇਟ ਲਿਮਟਿਡ ਬੀਜਾ ਦੇ ਵਿੱਚ ਕੰਮ ਕਰ ਰਹੇ ਹਾਂ ਪਿਛਲੇ 21 ਸਾਲ ਤੋਂ। ਮਿਨੀ ਗੈਸਟ੍ਰਿਕ ਬਾਈਪਾਸ ਸਰਜਰੀ ਜਿਹੜੀ ਆ ਵਜ਼ਨ ਘਟਾਉਣ ਦੀ, ਉਹਦਾ ਮੈਂ ਪਾਇਨੀਅਰ ਹਾਂ ਇੰਡੀਆ ਦੇ ਵਿੱਚ। ਸਭ ਤੋਂ ਪਹਿਲਾਂ ਮੈਨੂੰ ਸ਼ੁਰੂ ਕਰਨ ਦਾ ਮੌਕਾ ਮਿਲਿਆ ਸੀ। ਅੱਜ ਆਪਾਂ ਗੱਲ ਕਰਾਂਗੇ ਮੋਟਾਪੇ ਦੇ ਨਾਲ ਜਿਹੜਾ ਪੇਟ, ਸਿਰਫ ਜਿਹਨੂੰ ਆਪਾਂ ਕਹਿੰਦੇ ਹਾਂ ਤੋਂਦ ਹਿੰਦੀ 'ਚ, ਜਾਂ ਗੋਗੜ ਕਹਿ ਦਿੰਦੇ ਹਾਂ ਪੰਜਾਬੀ 'ਚ, ਜਾਂ ਇੰਗਲਿਸ਼ 'ਚ ਆਪਾਂ ਪੋਟ ਬੈਲੀ ਕਹਿ ਦਿੰਦੇ ਹਾਂ, ਕਿ ਇਹ ਕਿਉਂ ਪੇਟ ਕਿਉਂ ਵੱਧਦਾ ਜ਼ਿਆਦਾ। ਔਰ ਜਦੋਂ ਆਪਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਫਿਰ ਭਾਰ ਵੀ ਘਟ ਜਾਂਦਾ, ਆਪਾਂ ਦੇਖਦੇ ਹਾਂ ਬਾਹਾਂ ਲੱਤਾਂ ਤੁਹਾਡੀਆਂ ਪਤਲੀਆਂ ਹੋ ਗਈਆਂ ਪਰ ਪੇਟ ਫਿਰ ਰਹਿ ਗਿਆ। ਸੋ ਇਹ ਕੀ ਪ੍ਰੋਬਲਮ ਹੈ ਔਰ ਇਹਦਾ ਕੀ ਸੋਲਿਊਸ਼ਨ ਹੈ। ਔਰ ਮੈਂ ਦੇਖਦਾ ਵੀ ਇਹ ਕੋਈ ਵੀ ਬੰਦਾ ਆਪਣੇ ਪੇਟ ਵੱਲ ਦੇਖ ਲਓ, ਇਹ ਮੈਜੋਰਿਟੀ ਲੋਕਾਂ ਦੀ ਇਹ ਜਿਹੜੀ ਪ੍ਰੋਬਲਮ ਹੈਗੀ ਆ। ਇਹਦੇ ਲਈ ਬੇਸਿਕਲੀ ਆਪਾਂ ਨੂੰ ਇਹ ਸਮਝਣਾ ਪੈਣਾ ਹੈਗਾ, ਜਿਵੇਂ ਊਂਠ ਹੈ, ਕੈਮਲ ਹੈ, ਉਹਦੇ ਪਿੱਛੇ ਹੰਪ ਹੈ। ਇਹ ਜਿਹੜਾ ਕੁਦਰਤ ਨੇ ਸਿਸਟਮ ਬਣਾਇਆ ਸੀ ਨਾ ਆਪਣਾ ਕੰਜ਼ਰਵੇਟਿਵ ਡਿਜ਼ਾਈਨ, ਵੀ ਜਮ੍ਹਾਂ ਹੋ ਜੇ ਤਾਂ ਕਿ ਔਖੇ ਸਮੇਂ 'ਚ ਕੰਮ ਆ ਜੇ। ਅੱਛਾ, ਜ਼ਿਆਦਾ ਤੌਰ 'ਤੇ ਪੇਟ 'ਤੇ ਜਮ੍ਹਾਂ ਹੁੰਦਾ ਔਰ ਕਈਆਂ ਦੇ ਡਿਪੈਂਡ ਕਰਦਾ ਤੁਹਾਡੀ ਜਿਹੜੀ ਜੈਨੇਟਿਕਸ ਆ। ਕਈਆਂ ਦੇ ਹਿਪਸ ਹੈਵੀ ਹੁੰਦੇ ਆ, ਕਿਸੇ ਦੇ ਲੈਗਸ ਵੀ ਜ਼ਿਆਦਾ ਹੈਵੀ ਹੁੰਦੀਆਂ, ਬਟ ਮੈਜੋਰਿਟੀ ਆਫ ਦਾ ਦੇਖਦੇ ਹਾਂ ਵੀ 90% ਜਿਹੜਾ ਹੈਗਾ ਸਿਰਫ ਪੇਟ। ਖਾਸ ਕਰਕੇ ਆਪਾਂ ਜਿਹੜਾ ਦੇਖਦੇ ਹਾਂ ਏਸ਼ੀਅਨਸ ਦਾ ਆਪਣਾ ਇਕੱਲਾ ਪੇਟ ਬਾਹਰ ਨਿਕਲਿਆ ਹੁੰਦਾ। ਅੱਛਾ, ਇੱਥੇ ਇਹ ਦੇਖਣਾ ਪੈਣਾ ਵੀ ਆਪਣਾ ਏਸ਼ੀਅਨਸ ਦਾ ਇਕੱਲਾ ਪੇਟ ਕਿਉਂ ਬਾਹਰ ਨਿਕਲਿਆ ਹੁੰਦਾ। ਔਰ ਕਈ ਬੰਦੇ ਤੁਸੀਂ ਦੇਖਦੇ ਹੋ ਹੈਵੀ ਹੋਣਗੇ, 1 ਕੁਇੰਟਲ 20 ਕਿਲੋ 125 ਕਿਲੋ ਦੇ ਹੋਣਗੇ, ਪਰ ਉਹਨਾਂ ਦਾ ਓਵਰਆਲ ਜਿਹੜਾ ਫੈਟ ਦਾ ਡਿਸਟਰੀਬਿਊਸ਼ਨ ਆ ਬੋਡੀ 'ਤੇ ਸਾਰਾ ਬਰਾਬਰ ਹੁੰਦਾ। ਸੋ ਇਹਦੇ ਵਾਸਤੇ ਬੇਸਿਕਲੀ ਆਪਾਂ ਨੂੰ ਸਮਝਣ ਦੀ ਲੋੜ ਆ ਕਿ ਬੋਡੀ ਦੀ ਟੈਂਡੈਂਸੀ ਤਾਂ ਹੈ, ਜਿਹੜਾ ਵਿਸਰਲ ਫੈਟ ਆ ਨਾ, 2 ਤਰ੍ਹਾਂ ਦਾ ਫੈਟ ਆ ਆਪਣੇ ਪੇਟ 'ਤੇ। ਜੇ ਆਪਾਂ ਦੇਖੀਏ, ਜਿਵੇਂ ਤੁਹਾਨੂੰ ਪਿਕਚਰ 'ਚ ਦਿਖਾ ਰਹੇ ਹਾਂ, ਇੱਕ ਤਾਂ ਹੈਗਾ ਸਕਿਨ ਦੇ ਨੀਚੇ ਜਿਹੜਾ ਫੈਟ ਆ, ਉਹਨੂੰ ਅਸੀਂ ਸਬਕੂਟੇਨੀਅਸ ਫੈਟ ਕਹਿ ਦਿੰਦੇ ਹਾਂ। ਇੱਕ ਹੈਗਾ ਜਿਹੜਾ ਵਿਸਰਲ ਫੈਟ ਆ। ਔਰ ਕਈ ਬੰਦਿਆਂ ਦੇ, ਕਿਉਂਕਿ ਅਸੀਂ ਰੋਜ਼ ਦੂਰਬੀਨ ਪਾ ਕੇ ਅੰਦਰ ਦੇਖਦੇ ਰਹਿੰਦੇ ਹਾਂ, ਕਈ ਬੰਦਿਆਂ ਦੇ ਦੇਖਣ ਨੂੰ ਬਾਹਰੋਂ ਲੱਗਦਾ ਹੁੰਦਾ ਵੀ ਕੋਈ ਜ਼ਿਆਦਾ ਨਹੀਂ ਹੈ, ਪਰ ਅੰਦਰ ਦੇਖਦੇ ਹਾਂ ਤਾਂ ਅੰਦਰ ਜਿਹੜਾ ਉਹਨਾਂ ਦਾ ਲਿਵਰ, ਫੈਟੀ ਲਿਵਰ ਜਿਵੇਂ ਹੋ ਗਿਆ, ਅੱਗੇ ਹੋਰ ਅੰਦਰ ਇੱਕ ਫੈਟ ਦਾ ਪੂਰਾ ਇੱਕ ਐਪਰਨ ਹੁੰਦਾ ਜਿਹਨੂੰ ਅਸੀਂ ਓਮੈਂਟਮ ਕਹਿੰਦੇ ਹਾਂ। ਅੰਦਰ ਸਾਰੇ ਚਰਬੀ, ਮਤਲਬ ਪੇਟ 'ਚ ਅੰਤੜੀਆਂ ਦੇ ਆਲੇ ਦੁਆਲੇ, ਕਿਡਨੀ ਦੇ ਸਾਰੇ ਕਿਤੇ ਭਰੀ ਹੁੰਦੀ ਆ। ਸੋ ਵਿਸਰਲ ਫੈਟ ਕਿਉਂ ਜ਼ਿਆਦਾ ਆ? ਅੱਛਾ, ਇਹ ਨਾਲ ਇਹ ਬਿਮਾਰੀ ਵੀ ਆ, ਕਿਉਂਕਿ ਜੇ ਤੁਹਾਡਾ ਪੇਟ ਇਕੱਲਾ ਬਾਹਰ ਆਇਆ ਹੋਇਆ, ਤੁਸੀਂ ਦੇਖ ਲਓ ਕਿਸੇ ਦਾ ਜ਼ਿਆਦਾ ਇਕੱਲਾ ਪੇਟ ਆ, ਉਹਨੂੰ ਸ਼ੂਗਰ ਵੀ ਹੋਏਗੀ, ਉਹਦਾ ਕੋਲੈਸਟਰੋਲ ਵੀ ਜ਼ਿਆਦਾ। ਉਹਨਾਂ ਦੀ ਇਹ ਵੀ ਦੇਖਿਆ ਗਿਆ, ਸਾਇੰਸ ਇਹ ਕਹਿੰਦੀ ਹੈ ਵੀ ਉਹਨਾਂ ਦੀ ਜਿਹੜੀ ਲਾਈਫ ਦੀ ਲੌਂਗੀਵਿਟੀ ਆ ਉਹ ਵੀ ਘਟਦੀ ਆ, ਕਿਉਂਕਿ ਇਹ ਬਿਮਾਰੀਆਂ ਦਾ ਘਰ ਹੈ ਜਿਹੜਾ ਪੇਟ ਹੈ। ਸੋ ਕਾਰਨ ਤਾਂ ਇਹ ਹੋ ਗਿਆ, ਇੱਕ ਤਾਂ ਜੈਨੇਟਿਕਸ ਹੋ ਗਈ, ਇੱਕ ਤੁਹਾਡੀ ਆਪਣੀ ਬੋਡੀ ਦਾ ਡਿਜ਼ਾਈਨ ਕੰਜ਼ਰਵੇਟਿਵ ਆ, ਪਰਮਾਤਮਾ ਨੇ ਬਣਾਇਆ ਵੀ ਜਮ੍ਹਾਂ ਹੋਵੇ। ਅੱਛਾ, ਫਿਰ ਜਦੋਂ ਘਟਾਉਂਦੇ ਆ ਭਾਰ, ਘਟਾਉਣ ਦਾ ਤਾਂ ਆਪਾਂ ਸਾਰੇ ਜਾਣਦੇ ਹਾਂ ਤਰੀਕੇ ਕੀ ਹੈਗੇ ਆ। ਕੈਲੋਰੀ ਡੈਫੀਸ਼ੀਟ ਆ ਮੇਨ, ਤੁਸੀਂ ਘੱਟ ਖਾਓਗੇ ਤਾਂ ਵੇਟ ਘਟੂਗਾ। ਉਹਦੇ 'ਚ ਕੀ ਕਰਨਾ, ਮੇਨ ਕਾਰਬਸ ਜਿਹੜੇ ਅੰਨ ਹੈ, ਜਿਵੇਂ ਰੋਟੀਆਂ, ਚਾਵਲ ਅਤੇ ਸ਼ੂਗਰਸ, ਮਿੱਠਾ ਘੱਟ ਕਰ ਲਓ, ਫਾਈਬਰ ਜ਼ਿਆਦਾ ਕਰ ਲਓ, ਜਿਵੇਂ ਸੈਲਡਸ, ਫਰੂਟਸ, ਰੋਟੀ ਤੋਂ ਪਹਿਲਾਂ ਸੈਲਡ ਖਾ ਲਓ, ਠੀਕ ਹੈ, ਸਬਜ਼ੀ ਜ਼ਿਆਦਾ ਖਾ ਲਓ, ਦਹੀਂ ਜ਼ਿਆਦਾ ਖਾ ਲਓ। ਇਹ ਸਾਰੀਆਂ ਚੀਜ਼ਾਂ ਆਪਾਂ ਸਮਝਦੇ ਹਾਂ। ਆਇਲ ਘੱਟ ਕਰ ਲਓ, ਫੈਟ ਘੱਟ ਕਰ ਲਓ। ਬਟ ਫਿਰ ਵੀ ਜਦੋਂ ਭਾਰ ਆਪਾਂ ਘਟਾ ਵੀ ਲੈਂਦੇ ਹਾਂ ਡਾਈਟਿੰਗ ਨਾਲ, ਫਿਰ ਵੀ ਆਪਾਂ ਦੇਖਦੇ ਹਾਂ ਬਾਹਾਂ ਲੱਤਾਂ ਪਤਲੀਆਂ ਹੋ ਗਈਆਂ, ਤਾਂ ਫਿਰ ਵੀ ਜਿਹੜਾ ਪੇਟ ਦੇ ਆਲੇ ਦੁਆਲੇ ਫਿਰ ਵੀ ਰਹਿ ਗਿਆ। ਕਿਉਂਕਿ ਬਾਡੀ ਦੀ ਟੈਂਡੈਂਸੀ ਹੈ, ਪ੍ਰੋਗਰਾਮਿੰਗ ਹੋਈ ਹੈ। ਇਹਨੂੰ ਪ੍ਰੋਗਰਾਮਿੰਗ ਨੂੰ ਕਿਵੇਂ ਚੇਂਜ ਕਰੀਏ, ਉਹਦੇ ਵਾਸਤੇ ਆਪਾਂ ਨੂੰ ਸਮਝਣਾ ਪਊਗਾ ਮੈਟਾਬੋਲਿਜ਼ਮ ਕੀ ਆ। ਕਈ ਬੰਦੇ ਤੁਸੀਂ ਦੇਖੋਗੇ, ਇਹ ਮੈਂ ਬੜੀ ਬਰੀਕੀ ਨਾਲ ਦੇਖਦਾ ਰਿਹਾ ਪਿਛਲੇ 20 ਸਾਲਾਂ ਤੋਂ, ਵੀ ਇਹ ਚੱਕਰ ਕੀ ਆ। ਕਈ ਬੰਦੇ ਖਾਂਦੇ ਆ ਚੰਗਾ, ਉਹ ਤੁਸੀਂ ਦੇਖੋਗੇ ਚੰਗਾ ਪਲੇਟ ਭਰ ਕੇ, ਜੇ ਸਬਜ਼ੀ ਵੀ ਖਾਣੀ ਆ ਉਹ 2 3 4 ਵਾਰੀ, ਜਾਂ ਚਿਕਨ ਵੀ ਖਾਣਾ ਤਾਂ ਚਾਹੇ ਉਹ ਵੱਡਾ ਡੋਂਗਾ ਵੀ ਖਾ ਜਾਣਗੇ, ਪਰ ਫਿਰ ਵੀ ਬੋਡੀ ਠੀਕ ਆ। ਮੈਟਾਬੋਲਿਜ਼ਮ ਆ, ਉਹਨਾਂ ਦੀ ਜਿਹੜੀ ਬੋਡੀ ਆ ਉਹ ਕੰਜ਼ਿਊਮ ਜ਼ਿਆਦਾ ਕਰਦੀ ਹੈ। ਕਾਰਨ ਕੀ ਆ? ਉਹਨਾਂ ਨੇ, ਜਾਂ ਉਹਨਾਂ ਦੇ ਪੁਰਾਣੇ ਪੁਰਖਿਆਂ ਨੇ, ਕਿਉਂਕਿ ਉਹ ਜੀਨਸ ਦੇ ਵਿੱਚ ਵੀ ਫਿਰ ਆ ਜਾਂਦਾ ਕਰੈਕਟਰ, ਕੀ ਕੀਤਾ ਹੋਇਆ, ਮਿਹਨਤਾਂ ਕੀਤੀਆਂ ਹੋਈਆਂ ਨੇ, ਖੇਤਾਂ ਦੇ ਵਿੱਚ ਕੰਮ ਕੀਤਾ ਹੋਇਆ। ਜਿਹੜੇ ਬੰਦੇ ਤੁਸੀਂ ਦੇਖੋਗੇ ਜਵਾਨੀ 'ਚ ਖੇਤਾਂ 'ਚ ਹਲ ਵਾਹੁੰਦੇ ਰਹੇ ਆ, ਕੰਮ ਕਰਦੇ ਰਹੇ ਆ, ਉਹ ਫਿਰ ਚਾਹੇ 70 75 ਸਾਲ 'ਤੇ ਆ ਕੇ ਫਿਰ ਤਾਂ ਕੰਮ ਛੱਡ ਦਿੰਦੇ ਆ, ਪਰ ਫਿਰ ਵੀ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਆ ਰੋਟੀਆਂ ਖਾਣ ਦਾ ਉਹੀ ਰਹਿੰਦਾ, ਉਹ ਪਤਲੇ ਰਹਿੰਦੇ ਆ। ਐਟ ਦ ਸੇਮ ਟਾਈਮ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਯੰਗ ਲੇਡੀਜ਼ ਨੇ, ਲਰਨਡ ਨੇ, ਔਰ ਦੇ ਆਰ ਆਲਵੇਜ਼ ਇਨ ਅ ਡਾਈਟਿੰਗ ਮੋਡ, ਹਮੇਸ਼ਾ ਉਹ ਡਾਈਟਿੰਗ ਦੀ ਕੋਸ਼ਿਸ਼ ਕਰਦੇ ਰਹਿੰਦੀਆਂ, ਫਿਰ ਵੀ
ਉਹਨਾਂ ਦੇ ਫੈਟ ਜਮ੍ਹਾਂ ਹੋ ਜਾਂਦੀ ਆ, ਪੇਟ ਬਾਹਰ ਆਈ ਜਾਂਦਾ। ਮੈਟਾਬੋਲਿਜ਼ਮ ਕਿਉਂਕਿ ਉਹਨਾਂ ਨੇ ਕਦੇ ਆਪਣੇ ਮਸਲਸ ਨੂੰ, ਆਪਣੀ ਬਾਡੀ ਨੂੰ ਕੰਮ ਤੇ ਲਾਇਆ ਹੀ ਨਹੀਂ ਹੈਗਾ। ਸੋ ਮੈਟਾਬੋਲਿਜ਼ਮ ਕਿਵੇਂ ਆਪਾਂ ਬਾਡੀ ਦਾ ਚੇਂਜ ਕਰ ਸਕਦੇ ਹਾਂ? ਉਹਦਾ ਤਰੀਕਾ ਡਾਈਟਿੰਗ ਨਾਲ ਮੈਟਾਬੋਲਿਜ਼ਮ ਨਹੀਂ ਚੇਂਜ ਹੋਣਾ। ਪਤਲੇ ਹੋ ਜਾਗੇ ਫਿਰ ਤੁਹਾਨੂੰ ਲੱਗੇਗਾ ਪੇਟ ਥੋੜਾ ਫਿਰ ਵੀ ਹੈਗਾ। ਇੱਕ ਉਹ ਠੀਕ ਹੈ, ਇੱਕ ਤੁਸੀਂ ਕੈਲੋਰੀ ਡੈਫੀਸ਼ੀਟ ਡਾਈਟਿੰਗ ਕਰਨੀ ਹੈ, ਇੱਕ ਚੀਜ਼ ਹੈ। ਦੂਸਰਾ ਮੈਟਾਬੋਲਿਜ਼ਮ ਸੈੱਟ ਕਰਨ ਵਾਸਤੇ ਆਪਾਂ ਕੀ ਕਰਨਾ ਹੈ, ਜਿਹੜਾ ਮਸਲ ਹੈ ਤੁਹਾਡਾ, ਮਸਲ ਨੂੰ ਕੰਮ ਤੇ ਲਾਉਣਾ। ਉਹਦੇ ਲਈ ਚਾਹੇ ਤੁਸੀਂ ਪੁਸ਼ਅਪਸ ਕਰ ਲਓ ਜਾਂ ਤੁਸੀਂ ਜਿਮ ਦੇ ਵਿੱਚ ਕੋਈ ਟ੍ਰੇਨਿੰਗ ਕਰ ਲਓ। ਯਾਨੀ ਮਸਲ ਟ੍ਰੇਨਿੰਗ ਜ਼ਰੂਰੀ ਹੈ। ਮਸਲ ਟ੍ਰੇਨਿੰਗ ਉਹਦਾ ਮਤਲਬ ਇਹ ਨਹੀਂ ਗਾ ਵੀ ਤੁਸੀਂ ਬਹੁਤ ਅੱਜ ਹੀ ਆਪਾਂ ਬਾਡੀ ਬਿਲਡਰ ਬਣ ਜਾਣਾ। ਜਿੰਨਾ ਵੀ ਤੁਸੀਂ ਕਰ ਸਕਦੇ ਹੋ, 5 ਮਿੰਟ 10 ਮਿੰਟ ਤੋਂ ਸ਼ੁਰੂ ਕਰ ਲਓ, ਇੱਕ ਦਿਨ ਛੱਡ ਕੇ ਕਰ ਲਓ, ਠੀਕ ਹੈ। ਇਕੱਲੇ ਮਸਲ ਦੀ ਅਲੱਗ-ਅਲੱਗ ਬਾਡੀ ਪਾਰਟ ਦੀ ਕਰੋਗੇ ਤਾਂ ਬੈਟਰ ਹੈ। ਅਦਰਵਾਈਜ਼ ਜੇ ਨਹੀਂ ਵੀ ਬਾਡੀ ਪਾਰਟ ਦੀ ਕਰਨੀ ਤਾਂ ਤੁਸੀਂ ਜਿਵੇਂ ਪੁਸ਼ਅਪਸ ਹੋ ਗਏ ਅਤੇ ਸਿਟਅਪਸ, ਇਹ ਵੀ ਕਾਫੀ ਹੋ ਜਾਂਦਾ। ਇਹ ਤੁਸੀਂ 5-7 ਤੋਂ ਸ਼ੁਰੂ ਕਰਕੇ ਹੌਲੀ ਹੌਲੀ ਇਹਨੂੰ ਵਧਾਉਂਦੇ ਚਲੇ ਜਾਓ। ਔਰ ਇਹਦੇ 'ਚ ਮੇਨ ਜਿਹੜਾ ਮੈਟਾਬੋਲਿਜ਼ਮ ਨੂੰ ਸੈੱਟ ਕਰਨ ਦਾ ਤਰੀਕਾ ਕੀ ਹੈ ਨਾ, ਇਹਦੀ ਫਰੀਕੁਐਂਸੀ ਵੀ ਅਤੇ ਇੰਟੈਂਸਿਟੀ ਵੀ ਐਕਸਰਸਾਈਜ਼ ਦੀ, ਇਹਨੂੰ ਵਧਾਉਂਦੇ ਚਲੇ ਜਾਣਾ। ਜਿਵੇਂ ਥੋੜ੍ਹਾ ਸ਼ੁਰੂ ਕੀਤਾ ਤੁਸੀਂ 5-7 ਤੋਂ, ਕਿਉਂਕਿ ਜੇ ਪਹਿਲਾਂ ਹੀ ਜ਼ਿਆਦਾ ਕਰ ਲਿਆ ਥੱਕ ਜਾਓਗੇ, ਬਹਿ ਜਾਓਗੇ, ਫਿਰ ਕਰਨਾ ਨਹੀਂ। ਇਸ ਲਈ ਸ਼ੁਰੂ ਕਰੋ ਥੋੜ੍ਹੇ ਤੋਂ, ਫਿਰ ਉਹਨੂੰ ਹੌਲੀ ਹੌਲੀ ਵਧਾਉਂਦੇ ਚਲੇ ਜਾਓ। ਔਰ ਤੁਸੀਂ ਦੇਖੋਗੇ ਤੁਹਾਡਾ ਨਾ ਮਸਲ ਵੇਟ ਆ ਉਹ ਤਾਂ ਵਧਣ ਲੱਗ ਜਾਊਗਾ ਔਰ ਪੇਟ ਘਟਣ ਲੱਗ ਜਾਊਗਾ। ਕਿਉਂਕਿ ਬਾਡੀ ਨੇ ਤਾਂ ਦੇਖੋ, ਬਾਡੀ ਨੇ ਤਾਂ ਕੰਜ਼ਰਵ ਕਰਨਾ, ਠੀਕ ਹੈ। ਮਸਲ ਦੇ ਵਿੱਚ ਵੀ ਇੱਧਰ ਵੀ ਕਾਫੀ ਫੈਟ ਲਈ ਥੋੜੀ ਜਗ੍ਹਾ ਹੁੰਦੀ ਹੈ। ਸੋ ਕੈਲਰੀ ਡੈਫੀਸ਼ੀਟ ਵੀ ਹੈਗਾ, ਮਸਲ ਟ੍ਰੇਨਿੰਗ ਵੀ ਹੋ ਰਹੀ ਆ। ਇਹਦੇ ਨਾਲ ਇੱਕ ਹੋਰ ਬੜਾ ਜਿਹੜਾ ਸਾਇੰਸ ਦੀ ਰਿਸਰਚ ਦੇ ਵਿੱਚ ਦੇਖਣ 'ਚ ਆਇਆ, ਕਾਰਡੀਓ ਜਾਂ ਜਿਹਨੂੰ ਆਪਾਂ ਕਹਿੰਦੇ ਦੌੜਨ ਵਾਲੀਆਂ ਵਰਜਿਸ਼ਾਂ ਨੇ, ਚਾਹੇ ਤੁਸੀਂ ਟ੍ਰੈਡਮਿਲ 'ਤੇ, ਚਾਹੇ ਤੁਸੀਂ ਐਲਿਪਟੀਕਲ ਉਹ ਜਿਹੜਾ ਪੈਡਲ ਵਾਲਾ ਮਸ਼ੀਨ ਬਣੀ ਹੁੰਦੀ ਆ, ਜਾਂ ਤੁਸੀਂ ਦੌੜ ਲਾ ਰਹੇ ਹੋ, ਉਹਦੇ ਵਿੱਚ ਤੁਸੀਂ ਕੀ ਕਰਨਾ, ਵਾਕ ਕਰੋ। ਜਿਵੇਂ 3 ਮਿੰਟ 4 ਮਿੰਟ ਵਾਕ ਕੀਤੀ ਤਾਂ 1-2 ਮਿੰਟ ਲਈ ਫਿਰ ਤੁਸੀਂ ਬ੍ਰਿਸਕ ਜਾਂ ਫਾਸਟ ਹਾਈ ਇੰਟੈਂਸਿਟੀ ਉਹਨੂੰ ਆਪਾਂ ਕਹਾਂਗੇ ਇੰਟਰਵਲਸ ਦੇ ਵਿੱਚ ਰਨਿੰਗ ਕੀਤੀ ਆ। ਥੋੜ੍ਹਾ ਜਿਹਾ ਜਿਵੇਂ 100 ਮੀਟਰ ਤੁਸੀਂ ਦੌੜ ਤੇਜ਼ ਲਾਈ, ਫਿਰ ਤੁਸੀਂ 300-400 ਮੀਟਰ ਆਰਾਮ ਨਾਲ ਤੁਰ ਕੇ, ਇਹਦਾ ਮਤਲਬ ਬ੍ਰੇਕ ਪਾ ਕੇ, ਤਾਂ ਕਿ ਹਾਰਟ 'ਤੇ ਤੁਹਾਡੇ ਜ਼ਿਆਦਾ ਲੋਡ ਵੀ ਨਾ ਆਵੇ। ਔਰ ਇਹ ਯੰਗ ਬੰਦਿਆਂ ਵਾਸਤੇ ਜਿਹੜੇ ਜਿਨ੍ਹਾਂ ਦੇ ਹਾਰਟ ਵਗੈਰਾ, ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰਕੇ, ਇਹ ਨਹੀਂ ਵੀ ਐਵੇਂ ਹੀ ਤੁਸੀਂ ਜੇ ਬਹੁਤਾ ਸਾਹ ਚੜ੍ਹਦਾ ਦੌੜਨ ਲੱਗ ਜਾਓ। ਫਿਰ ਉਹਦੇ ਲਈ ਤੁਹਾਨੂੰ ਆਪਣੇ ਆਪ ਨੂੰ ਹੌਲੀ ਉੱਥੇ ਤੱਕ ਪਹੁੰਚਾਉਣਾ ਪਊਗਾ। ਸੋ ਜਿਹੜਾ ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ, ਇਹ ਤਾਂ ਕਾਰਡੀਓ ਦੇ ਵਿੱਚ ਹੋ ਗਈ। ਦੂਸਰਾ ਤੁਹਾਡਾ ਮਸਲਸ ਦਾ ਵੀ ਐਵੇਂ ਹੀ ਆ, ਇਹਨੂੰ ਫਰੀਕੁਐਂਸੀ ਵੀ ਔਰ ਇਹਦੀ ਇੰਟੈਂਸਿਟੀ ਵੀ ਹੌਲੀ ਵਧਾਉਂਦੇ ਚਲੇ ਜਾਓ। ਖੁਰਾਕ ਕੰਟਰੋਲ ਕਰੋ। ਬਾਕੀ ਜਿਹੜੀਆਂ ਗੱਲਾਂ ਹੁੰਦੀਆਂ, ਕੋਈ ਦਵਾਈਆਂ ਨੇ ਜੀ ਖਾਣ ਵਾਸਤੇ, ਕੋਈ ਗੋਲੀਆਂ ਨੇ, ਜਾਂ ਆਪਾਂ ਪੇਟ ਦੇ ਇੱਦਾਂ ਕੋਈ ਵਰਜਿਸ਼ਾਂ ਕਰਨੀਆਂ, ਉਹਦੇ ਨਾਲ ਇਕੱਲਾ ਪੇਟ ਦਾ ਫਰਕ ਨਹੀਂ ਪੈਣਾ। ਹਾਂ ਠੀਕ ਆ, ਉਹ ਐਕਸਰਸਾਈਜ਼ ਕਾਊਂਟ ਹੋ ਜੂਗੀ, ਚਾਹੇ ਤੁਸੀਂ ਮਸਲ, ਚਾਹੇ ਉਹ ਪੇਟ ਦਾ ਹੋਵੇ, ਚਾਹੇ ਕੋਈ ਹੋਵੇ, ਉਹ ਠੀਕ ਹੈ। ਬਟ ਇਹ ਨਾ ਸੋਚੋ ਕਿ ਸਿਰਫ ਪੇਟ ਦੇ ਮਸਲ ਦੀਆਂ ਜਿਹੜੀਆਂ ਵਰਜਿਸ਼ਾਂ ਕਰਨ ਲਈ ਉਹਦੇ ਨਾਲ ਤੁਹਾਡਾ ਜਿਹੜਾ ਪੇਟ ਘਟ ਜੂਗਾ। ਸੋ ਇਹਨੂੰ ਮੈਂ ਫਿਰ ਸਮਰਾਈਜ਼ ਕਰਦਾ। ਕਾਰਨ ਕੀ ਆ? ਮੈਟਾਬੋਲਿਜ਼ਮ ਤੁਸੀਂ ਦੇਖੋ, ਜਿਹੜੇ ਪਲੇਅਰ ਨੇ, ਜਿਹੜੇ ਰੈਸਲਰ ਨੇ, ਵਰਜਿਸ਼ਾਂ ਕਰਦੇ ਰਹੇ ਆ, ਖੇਤਾਂ 'ਚ ਕੰਮ ਕਰਦੇ ਰਹੇ ਆ, ਮੈਟਾਬੋਲਿਜ਼ਮ ਉਹਨਾਂ ਦੇ ਚੰਗੇ ਹੁੰਦੇ ਆ, ਉਹ ਬੈਟਰ ਖਾਂਦੇ ਆ, ਜਮ੍ਹਾਂ ਘੱਟ ਹੁੰਦਾ, ਪੇਟ ਬਾਹਰ ਘੱਟ ਨਿਕਲਦਾ। ਜਿਹੜੇ ਬੈਠੇ ਹੀ ਰਹੇ, ਪੜ੍ਹਦੇ ਰਹੇ, ਕੰਪਿਊਟਰ 'ਤੇ ਰਹੇ, ਪੇਟ ਬਾਹਰ ਨਿਕਲਦਾ, ਮਸਲ ਵੇਟ ਘੱਟ ਹੈ, ਫੈਟ ਜ਼ਿਆਦਾ ਹੈ। ਸੋ ਆਪਾਂ ਚਾਹੁੰਦੇ ਹਾਂ ਉਲਟਾ ਕਰਨਾ ਹੈ, ਮੈਟਾਬੋਲਿਜ਼ਮ ਚੇਂਜ ਕਰਨਾ ਹੈ। ਮਸਲਸ ਨੂੰ ਯੂ ਨੀਡ ਟੂ ਪੁੱਟ ਯੂਰ ਮਸਲਸ ਟੂ ਵਰਕ। ਮਸਲਸ ਤੋਂ ਕੰਮ ਲੈਣਾ ਸ਼ੁਰੂ ਕਰੋ। ਉਹਦੇ ਲਈ ਇੱਕੋ ਇੱਕ ਤਰੀਕਾ ਹੈਗਾ, ਜਿਹੜਾ ਵਰਜਿਸ਼, ਅਤੇ ਦੂਸਰਾ ਹੈਗਾ ਨਾਲ ਜਿਹੜੀ ਇੰਟਰਵਲ ਟ੍ਰੇਨਿੰਗ ਤੁਸੀਂ ਤੁਹਾਨੂੰ ਦੱਸਿਆ ਮੈਂ, ਹਾਈ ਇੰਟੈਂਸਿਟੀ। ਅਤੇ ਇਹਦੇ 'ਚ ਡਾਈਟਿੰਗ 'ਚ ਵੀ ਬਹੁਤ ਜ਼ਿਆਦਾ ਤੇਜ਼ੀ ਨਾ ਕਰੋ ਕਿ ਇੱਕਦਮ ਹੌਲੀ ਹੌਲੀ ਆਪਣੀ ਫੋਟੋ ਤੁਸੀਂ ਲੈਂਦੇ ਰਹੋ। ਤੁਸੀਂ ਦੇਖੋਗੇ 6 ਮਹੀਨੇ 'ਚ ਯੂ ਵਿਲ ਬੀ ਟੋਟਲੀ ਚੇਂਜਡ। ਥੈਂਕ ਯੂ। ਡਾਕਟਰ ਕੁਲਾਰ, ਕੁਲਾਰ ਹਸਪੀਟਲਸ, ਬੈਰੀਐਟ੍ਰਿਕ ਸਰਜਨ, ਪੰਜਾਬ, ਇੰਡੀਆ।